वर्ल्ड टीवी, सब पे नजर, अंदर की खबर। तकसीम हिंद और पाकिस्तान के वक्त जिन हमारे बुजुर्गों ने कुर्बानियां दी, अपनी जानों के नजराने पेश किए, उन गुमनाम हीरो को भी याद करना चाहिए। मजीद देखते हैं हमारे नुमाइंदे इरफान खान दुरानी की इस रिपोर्ट में। जी, पाकिस्तान भर में 75वां योम आज़ादी जोशो खरोश से मनाया जा रहा है। तकसीम हिंदो पाकिस्तान के वक़्त हमारे बुज़ुर्गों ने बहुत सी कुर्बानियाँ दी। आज के दिन उन गुमराह अनमोल हीरों को भी याद कर लेना चाहिए। मैं इस वक्त मौजूद हूँ शेखुपुरा के इलाके कोट रंजीत में। हमारे साथ मौजूद हैं बुज़ुर्ग फ़कीर हुसैन साहब, जो कि तकसीम हिंदो पाकिस्तान के वक़्त 13 साल की उम्र के थे। आइए उनकी कहानी उनकी ज़ुबानी जानते हैं। अस्सलाम वालेकुम। वालेकुम सलाम जी। हाँ जी जी बुजुर्गो, दसो ਤੁਹਾਡੇ ਨਾਲ ਕੀ ਹੋਇਆ, ਕਿਵੇਂ ਤੁਸੀਂ ਆਏ ਪਾਕਿਸਤਾਨ ਤਕਸੀਮੋ ਹਿੰਦੋ ਪਾਕਿਸਤਾਨ ਦੇ ਵਕਤ? हाँ जी ਅਸੀਂ ਜਨਾਬ ਮੇਰੀ ਹਿੰਦੁਸਤਾਨ ਦੇ ਵਕਤ ਜਦੋਂ ਰੌਲਾ ਪੈ ਗਿਆ ਹੈ ਤੇ ਲੋਕ ਪਿੰਡ ਛੱਡ ਕੇ ਤੁਰ ਪਏ ਨੇ ਤੇ ਅਸੀਂ ਵੀ ਨਿਕਲ ਪਏ ਹਾਂ। ਅਸੀਂ ਸਾਡਾ ਗਾਉਂ ਜਿਹੜਾ ਹੈ ਹਦਾਇਤਪੁਰਾ ਹੈ, ਲਾਗੇ ਢੱਡੇ ਨੇ ਆਪਣਾ ਚਾਟੀ ਵਿੰਡੇ ਹਰਜ ਆਪਣਾ ਦੇਵੀ ਦਾ ਚਮਿੰਡਾ ਸ਼ਹੀਦਾਂ ਦਾ ਹੈ। ਕੱਠੂ ਨਗਲ ਥਾਣਾ ਹੈ। ਕੱਠੂ ਨਗਲ ਦੇ ਥਾਣੇ ਲਾਗੇ ਉਹਨਾਂ ਨੇ ਸ਼ਹੀਦਾਂ ਨੇ ਜਾ ਕੇ ਤੇ ਉਹਨਾਂ ਨੇ ਖੁਆਇਸ਼ ਕੀਤੀ ਪੁਲਿਸ ਵਾਲਿਆਂ ਨਾਲ। ਉਹਨਾਂ ਨੂੰ ਮਾਤਰ ਚਾਹੀ ਵੀ ਆ ਜਾਓ, ਤੁਹਾਨੂੰ ਮੈਂ ਬਟਾਲੇ ਪਹੁੰਚਾ ਸਕਦਾ, ਮੈਂ ਤੁਹਾਨੂੰ ਪਾਕਿਸਤਾਨ ਨਹੀਂ ਪਹੁੰਚਾ ਸਕਦਾ। ਉਹਨੇ ਪਹਿਲਾਂ ਇੱਕ ਗੱਡੀ ਮੰਗਾਈ ਹੈ, ਫਿਰ 2 ਮੰਗਾਈਆਂ, ਫਿਰ 3 ਮੰਗਾਈਆਂ, 5 ਗੱਡੀਆਂ ਉਹਨੇ ਮੰਗਾ ਲਈਆਂ ਨੇ। 5 ਗੱਡੀਆਂ ਦੇ ਜਿੰਨਾ ਮੁਲਕ ਹੈਗਾ ਸੀ, ਜਿੰਨਾ ਮਾਮ ਬੈਠੀ ਸੀ, ਕੋਈ ਸ਼ੈ ਨਹੀਂ ਖੜੀ, ਕੋਈ ਰਜਾਈ ਨਹੀਂ, ਕੋਈ ਦਾਣੇ ਨਹੀਂ, ਕੋਈ ਥੋੜੇ ਵਾਲੇ ਆਪਣੇ ਖਾਣ ਪੀਣ ਵਾਸਤੇ, ਮੂੰਹ 'ਚ ਪਾਉਣ ਵਾਸਤੇ ਉਹ ਹੀ ਲਏ ਨੇ। ਬਾਕੀ ਆਛਾ ਉੱਥੇ ਛੱਡ ਦਿੱਤੀ ਹੈ, ਮਾਲ ਡੰਗਰ ਛੱਡ ਦਿੱਤਾ ਹੈ ਅਤੇ ਬਟਾਲੇ ਉਹਨੇ ਪਹੁੰਚਾ ਦਿੱਤੇ ਨੇ। ਮਹੀਨਾ ਪੂਰਾ ਬਟਾਲੇ ਰਹੇ ਆ। ਮਹੀਨੇ ਦੇ ਵਿੱਚ ਰੋਜ਼ੇ ਰੱਖੇ ਨੇ ਲੋਕਾਂ ਨੇ। ਜਿੱਦਣ ਸੁਬਾਹ ਈਦ ਸੀ, ਰਾਤ ਨੂੰ 9 ਵਜੇ ਇਹ ਜ਼ਿਲ੍ਹੇ ਜਿਹੜੇ ਆ ਹਿੰਦੁਸਤਾਨ ਹੋ ਗਏ ਨੇ। ਇਹਨਾਂ ਨੇ ਫਿਰ ਸਿੱਖਾਂ ਨੇ ਮਾਰ ਕਤਲੋ ਗਾਰਤ ਸ਼ੁਰੂ ਕਰ ਦਿੱਤੀ, ਮੁਸਲਮਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਪਿੰਡਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵੇਲੇ 2 ਕਾਫਲੇ ਚੱਲੇ ਨੇ, 2 ਲੰਘੇ ਨੇ, ਅਮਨਾ ਮਾਨ ਲੰਘੇ ਨੇ, ਤੀਸਰਾ ਕਾਫਲਾ ਜਿਹੜਾ ਨਾ ਉਹ ਇਹਨਾਂ ਨੇ ਸਾਰਾ ਕਤਲੋ ਗਾਰਤ ਸ਼ਹੀਦ ਕਰ ਦਿੱਤਾ ਹੈ। ਇੱਕ ਗੱਡੀ ਪਾਕਿਸਤਾਨ 'ਚੋਂ ਆਈ ਹੈ, ਇੱਕ ਜਥਾ ਉੱਥੇ ਇਕੱਠਾ ਸੀ, ਉਹ 2 ਬੰਨਿਓਂ ਪੈ ਗਏ ਨੇ। ਸੜਕ ਦੇ ਉੱਤੇ ਦੁਨੀਆ ਨੂੰ ਵੱਢ ਕੇ ਤੇ ਢੇਰ ਲਾਤੇ ਨੇ। ਜਿਸ ਵੇਲੇ ਢੇਰ ਲਾਤੇ ਬਗੈਡੀਅਰ ਇੱਕ ਆਇਆ ਹੈ ਫੌਜ ਦਾ, ਉਹਨੇ ਆਣ ਕੇ ਤੇ ਮਸ਼ੀਨ ਗੇੜੀ ਆ ਤੇ ਸਖਵਾਰ ਭੱਜੀ ਹੈ, ਗੱਡੀ ਚੱਲ ਗਈ ਹੈ। ਜਿਹੜੇ ਵੱਡੇ ਫੱਟੇ ਸੀ ਉਹਨੇ ਪਾਕਿਸਤਾਨ ਨਾਰੋਵਾਲ ਸਾਰੇ ਪਹੁੰਚਾ ਦਿੱਤੇ ਨੇ। ਮੇਰਾ ਬਾਪ ਮੈਨੂੰ ਲੈ ਕੇ ਕਪਾਹ ਦੇ ਵਿੱਚ ਲੁਕ ਗਿਆ ਹੈ। ਸਿੱਖ ਪਏ ਨੇ, ਉਹਨਾਂ ਨੇ 2 ਟੋਟੇ ਕਰ ਦਿੱਤਾ ਤਲਵਾਰਾਂ ਮਾਰ ਕੇ, ਪੈਸੇ ਕੱਢ ਕੇ ਲੈ ਗਏ ਨੇ। ਮੈਂ ਉੱਥੇ ਹੀ ਫਿਰਦਾ ਰਿਹਾ। ਮੈਨੂੰ ਤੇਲ ਲੱਗੀ ਆ, ਲਾਗੇ ਪਿੰਡ ਸੀ, ਮੈਂ ਉੱਥੇ ਗਿਆ, ਪਾਣੀ ਪੀਣ ਲੱਗਾ। ਡੇਰਾ ਪਿੰਡ ਦਾ ਨਾਂ ਹੈ। ਜਿਸ ਵੇਲੇ ਪਾਣੀ ਪੀਣ ਗਿਆ ਅਤੇ ਉਹਨਾਂ ਨੇ ਪਹਿਲਾਂ 2 ਆਂਦੇ ਨੇ ਵੀ ਇਹਨਾਂ ਨੂੰ ਮਾਰੋ, ਪਰਾਂ ਸੁੱਟੋ, ਮੁਸਲੇ ਕਿੱਥੇ ਖੂਹ 'ਤੇ ਚੜ੍ਹਦੇ। ਇੱਕ ਨੇ ਆਖਿਆ ਨਹੀਂ ਯਾਰ ਪਾਣੀ ਪਿਆ ਲਓ। ਉਹਨਾਂ ਸਾਨੂੰ ਪਾਣੀ ਪਿਆ ਲਿਆ। ਅਸੀਂ ਫਿਰ ਕਪਾਹ ਜਾ ਲੁਕੇ ਹਾਂ। ਜਿਹੜੇ ਲੁੱਟ ਮਾਰ ਕਰਕੇ ਲਿਆ ਕੇ ਅਤੇ ਉਹ ਕਪਾਹ ਦੇ ਵਿੱਚ ਬਾਗ ਆ ਇੱਕ ਅਮਰੂਦਾਂ ਦਾ, ਉਹਦੇ ਥੱਲੇ ਬਹਿ ਕੇ ਅਤੇ ਉਹ ਆਪਣੀਆਂ ਢੇਰੀਆਂ ਪਾਉਣ ਲੱਗ ਪਏ ਨੇ। ਜੋ ਜਾਇਦਾਦ ਲੁੱਟੀ ਸੀ ਉਹ ਆਪਣੀ ਵੰਡਣੀ ਸ਼ੁਰੂ ਕਰਤੀ। ਉਹਨਾਂ 'ਚੋਂ ਇੱਕ ਬੰਦਾ ਸੀ, ਉਹ ਸਾਨੂੰ, ਉਹ ਕੁੜੀ ਨੂੰ ਵੀ ਅਤੇ ਮੈਨੂੰ ਵੀ ਕਪਾਹ ਦੇ ਥੱਲਿਓਂ ਬੂਟੇ ਦੇ ਕੱਢ ਕੇ ਉਹ ਆਪਣੇ ਘਰ ਲੈ ਗਿਆ। 3 ਦਿਨ ਉਹਨੇ ਰੱਖਿਆ। ਮੀਂਹ ਬੜਾ ਪੈਣ ਦਾ ਪਿਆ, ਕੋਈ ਹਾਲ ਨਹੀਂ ਰਿਹਾ, ਬਾਹਰ 'ਚ ਬੇਬਾਹ ਪਈ ਆ। ਅਤੇ ਉਹਨੇ ਆਖਿਆ ਵੀ ਚਲੋ ਤੁਹਾਨੂੰ ਮੈਂ ਪਾਕਿਸਤਾਨ ਛੱਡ ਆਵਾਂ। ਇੱਕ ਬੀਬੀ ਜਵਾਨ ਨੌਜਵਾਨ ਚੁੱਕ ਕੇ ਖੜੀ ਸੀ, ਉਹਨੂੰ ਵੀ ਉਹਨੇ ਨਾਲ ਲਿਆ, ਮੈਨੂੰ ਵੀ ਲਿਆ, ਉਹ ਬੱਚੀ ਨੂੰ ਵੀ ਲਿਆ। ਉਹਨਾਂ ਨੇ ਸਾਨੂੰ ਆਪ ਅੱਗੇ ਲੱਗ ਗਿਆ, ਅੱਗੇ ਲਾ ਲਿਆ, ਮਗਰ ਆਪ ਤੁਰ ਪਿਆ। ਉਹਨੇ ਜੱਥੜਾਂ ਦੇ ਪੁਲ 'ਤੇ ਆਣ ਕੇ ਤੇ ਫੌਜੀਆਂ ਨੂੰ ਆਂਦਾ ਵੀ ਜਾਓ, ਉਹਨਾਂ ਨੂੰ ਆਖੋ ਵੀ ਅਸੀਂ ਮੁਸਲਮਾਨ ਆ, ਸਾਨੂੰ ਪਾਰ ਲੰਘਾ ਦਿਓ।
ਜਿਸ ਵੇਲੇ ਉਹਨਾਂ ਦੇ ਜਾ ਕੇ ਹੱਥ ਜੋੜੇ ਆ, ਉਹਨਾਂ ਆਖਿਆ ਲੰਘ ਜਾਓ। ਅਸੀਂ ਆਖਿਆ ਵੀ ਸਾਡੀ ਮਾਂ ਵੀ ਮਗਰ ਆ। ਉਹ ਜਿਸ ਵੇਲੇ ਮਾਂ ਆਈ ਆ ਉਹ ਵੀ ਤੁਰ ਪਈ ਆ, ਅਸੀਂ ਪਾਰ ਲੰਘ ਆਏ ਹਾਂ। ਅੱਗੋਂ ਪਾਰ ਲੰਘੇ ਹਾਂ, ਦੁਨੀਆ ਸੜਕ 'ਤੇ ਬੈਠੀ, ਅੱਗੋਂ ਰਾਹ ਕੋਈ ਨਹੀਂ ਲੰਘਣ ਨੂੰ, ਅਤੇ ਦੁਨੀਆ ਭੁੱਖੀ ਮਰਨ ਡਈ ਆ। ਕੁਝ ਗੱਡਿਆਂ ਦੇ ਸਮਾਨ ਲੱਦਿਆ ਉਹ ਵੀ ਚੋਣ ਡਏ ਨੇ, ਕੋਈ ਹਾਲ ਨਹੀਂ ਰਿਹਾ। ਮੈਂ ਇੱਕ ਥੋੜ੍ਹਾ ਜਿਹਾ ਦਿਨ ਰਹਿ ਗਿਆ, ਮੈਂ ਇੱਕ ਕੋਠਾ ਹੈ ਟੱਠਾ ਜਿਹਾ, ਉਹਦੇ ਬੂਹੇ 'ਚ ਖਲੋਤਾ ਹੈ। ਉਹ ਆਏ ਨੇ, ਉਹਨਾਂ ਆਖਿਆ ਵੀ ਤੈਨੂੰ ਕੋ ਖੜੇ ਜਾਣਾ ਹੈ, ਕੌਣ ਆ ਤੂੰ, ਕਿੱਥੋਂ ਆ? ਮੈਂ ਉਹਨਾਂ ਨੂੰ ਦੱਸਿਆ ਮੇਰਾ ਮਾਂ ਦਾ ਨਹੀਂ ਪਤਾ, ਨਾਨੇ ਦਾ ਨਹੀਂ ਪਤਾ, ਭੈਣਾਂ ਦਾ ਨਹੀਂ ਪਤਾ, ਮਾਮਿਆਂ ਦਾ ਨਹੀਂ ਪਤਾ, ਅਤੇ ਜਿਹੜੀ ਮੇਰੀ ਮਾਂ ਆ, ਮੇਰਾ ਪਿਓ ਆ, ਉਹ ਮੇਰੇ ਹੁੰਦਿਆਂ ਸ਼ਹੀਦ ਕਰ ਦਿੱਤਾ ਹੈ, ਅਤੇ ਮੈਂ ਲਾਭਾਰਥੀ ਹੋ ਗਿਆ। ਉਹ ਮੈਨੂੰ ਆਪਣੇ ਘਰ ਲੈ ਗਏ ਨੇ। ਤੀਜੇ ਦਿਨ ਮੇਰੇ ਚਾਚੇ ਸੀ, ਤਾਏ ਸੀ, ਉਹ ਹੋਕਾ ਦਿੰਦੇ ਫਿਰਦੇ ਨੇ ਵੀ ਕੋਈ ਮੁੰਡਾ 12-13 ਸਾਲਾਂ ਦਾ ਹੋਵੇ, ਕੋਈ ਦੱਸੋ ਸਾਡੇ ਗੁਆਚਾ ਹੈ। ਉਹਨਾਂ ਆਖਿਆ ਵੀ ਬੱਚਾ ਤਾਂ ਹੈ ਪਰ ਤੁਸੀਂ ਨਾਂ ਦੱਸੋ। ਉਹਨਾਂ ਨਾਂ ਦੱਸਿਓ, ਉਹਨਾਂ ਆਖਿਆ ਉਹ ਨਹੀਂ ਤੁਹਾਡਾ। ਉਹਨਾਂ ਆਖਿਆ ਨਹੀਂ ਸਾਨੂੰ ਵਿਖਾ ਨਹੀਂ ਦੇ। ਜਿਸ ਵੇਲੇ ਉਹਨੇ ਵਿਖਾ ਲਿਆ, ਉਹਨੇ ਮੈਨੂੰ ਕੋਠੇ ਤੋਂ ਉਤਾਰਿਆ, ਸੁੱਤਾ ਸਾਂ, ਉਹਨੇ ਵਿਖਾ ਲਿਆ, ਮੈਂ ਵੇਖ ਲਿਆ, ਮੈਂ ਪਛਾਣ ਲਏ। ਉਹਨਾਂ ਮੇਰੇ ਚਾਚੇ ਨੇ ਖੜ ਕੇ, ਮੇਰੇ ਮਾਮਿਆਂ ਕੋਲ 2 ਮਾਮੇ ਸੀ, ਉਹ ਦਰਿਆ ਲੰਘ ਗਿਆ ਸੀ, ਤੀਸਰਾ ਡੁੱਬ ਗਿਆ ਸੀ, ਉਹਨਾਂ ਦੇ ਕੋਲ ਛੱਡਿਆ। ਮੇਰੇ ਮਾਮਿਆਂ ਨੇ ਆਪਣੀ ਭੈਣ ਕੋਲ ਨਾਰੋਵਾਲ, ਮੇਰੀ ਮਾਂ, ਮੇਰੀ ਭੈਣ, ਮੇਰਾ ਨਾਨਾ, ਸਾਰੇ ਮੈਨੂੰ ਅਸੀਂ ਚਾਰੇ ਜੀ ਇਕੱਠੇ ਹੋ ਗਏ। ਮੇਰੀ ਮਾਂ ਨੇ ਪੁੱਛਿਆ ਵੀ ਤੇਰਾ ਪਿਓ? ਮੈਂ ਕਿਹਾ ਵੀ ਉਹ ਤੇ ਮਾਰ ਦਿੱਤਾ, ਸ਼ਹੀਦ ਕਰ ਦਿੱਤਾ ਹੈ। ਉਹਨੇ ਆਖਿਆ ਚਲੋ ਸ਼ੁਕਰ ਆ ਰੱਬ ਦਾ, ਅੱਲਾ ਦਾ ਲੱਖ ਸ਼ੁਕਰ ਆ ਤੂੰ ਆ ਗਿਆ। ਲਓ ਜੀ, ਉੱਥੋਂ ਅਸੀਂ ਸਾਨੂੰ ਫਿਰ ਉਹਨਾਂ 4 ਦਿਨ ਰਹੇ ਹਾਂ। ਉੱਥੇ ਬਹੁਤ ਦੁਨੀਆ ਆ ਗਈ, ਉਹਨਾਂ ਨੇ ਸਾਨੂੰ ਚੁੱਕਿਆ, ਲਾਹੌਰ ਸਟੇਸ਼ਨ 'ਤੇ ਰਹੇ ਅਸੀਂ 4 ਦਿਨ। ਰੇਲ ਗੱਡੀ ਦਾ ਡੱਬਾ ਹੈ, ਉਹਦੇ ਵਿੱਚ ਪੱਟੀ ਵੀ ਹੁੰਦੀ ਰਹੀ ਆ, ਸਾਨੂੰ ਮਾੜਾ ਮੋਟਾ ਖਾਣਾ ਵੀ ਮਿਲਦਾ ਰਿਹਾ। ਉਹਨਾਂ ਨੇ ਫਿਰ ਚੌਥੇ ਦਿਨ ਉੱਥੋਂ ਚੁੱਕਿਆ, ਸਾਨੂੰ ਮਿਊ ਹਸਪਤਾਲ ਘੱਲ ਦਿੱਤਾ। ਜਿਸ ਵੇਲੇ ਮਿਊ ਹਸਪਤਾਲ ਘੱਲਿਆ ਹੈ, ਉਹਨਾਂ ਨੇ ਲਿਆ ਕੇ ਅਤੇ ਸਭ ਕੁਝ ਕੀਤਾ। ਮਾਂ ਮੇਰੀ ਨੂੰ ਵੱਖਰਾ ਬੈੱਡ ਮਿਲ ਗਏ, ਨਾਨੇ ਨੂੰ ਮਿਲ ਗਏ, ਅਸੀਂ ਰਹਿਣ ਬਹਿਣ ਲੱਗ ਪਏ, ਪੱਟੀਆਂ ਹੋਣ ਲੱਗ ਪਈਆਂ। ਮੁੜ ਕੇ ਉੱਥੋਂ ਬਦਲੀ ਕਰਤੀ, ਨਾਨਾ ਹੋਰ ਕਿਸੇ ਹਸਪਤਾਲ, ਮੈਂ ਹੀ, ਮਾਂ ਅਤੇ ਮੇਰੀਆਂ 2 ਭੈਣਾਂ ਅਤੇ ਮੈਂ ਤਾਂ 4 ਜਣੇ ਇੱਕ ਹਸਪਤਾਲ ਚੱਲ ਗਏ। ਸ਼ਹਿਰੋਂ ਬਾਹਰ ਸੀ, ਨਾ ਉੱਥੇ ਕੋਈ ਸ਼ਹਿਰ ਜਾਵੇ ਨਾ ਆਵੇ। ਉੱਥੋਂ 10 ਦਿਨ ਰਹੇ ਹਾਂ, ਮੈਂ ਬਿਮਾਰ ਹੋ ਗਿਆ, ਉਹਨਾਂ ਨੇ ਉੱਥੋਂ ਬਦਲੀ ਕੀਤੀ, ਫਿਰ ਮੈਂ ਉਹ ਹਸਪਤਾਲ ਘੱਲ ਦਿੱਤਾ। ਇੱਥੇ ਆਣ ਕੇ ਉਹਨਾਂ ਲਿਖ ਦਿੱਤਾ ਖੰਘ ਟਾਪ, ਉਹ ਹਸਪਤਾਲ ਖੰਘ ਟਾਪ ਵਾਲੇ ਘੱਲਣ, ਉਹ ਉੱਥੇ ਨਾ ਰੱਖਣ। ਮੇਰੀ ਮਾਂ ਵਿਚਾਰੀ ਚੁੱਕ ਕੇ ਫਿਰ ਹੌਲੀ ਹੌਲੀ ਇੱਥੇ ਲਿਆਵੇ, ਇੱਥੇ ਉਹ ਲੜ ਕੇ ਬਾਹਰ ਕੱਢਣ। ਉੱਥੋਂ ਸਮੇਂ ਗੱਲ ਆ ਵੀ ਸ਼ਾਮ ਪੈ ਗਈ, ਉਹ ਬੁੜੀਆਂ ਮਿੱਠਾ ਜਿਹੜੀਆਂ ਸੀ ਉਹ ਰੌਲਾ ਪਾਉਣ ਡੈ ਪਈਆਂ, ਅਸੀਂ ਜ਼ਹਿਰ ਦੇ ਦੇਣੀਆਂ, ਅਸੀਂ ਮਾਰ ਦੇਣਾ, ਤੂੰ ਕਿਉਂ ਲਿਆਂਦਾ ਹੈ, ਸਾਡਾ ਸਾਰਾ ਹਸਪਤਾਲ ਬਿਮਾਰ ਹੋ ਜਾਣਾ ਹੈ। ਵੱਡਾ ਡਾਕਟਰ ਆਇਆ, ਉਹਨੇ ਉਹਨਾਂ ਨੂੰ ਮੁਤਮਿਨ ਕੀਤਾ, ਉਹਨੇ ਦੁਆ ਦਿੱਤੀ। ਰਾਤ ਨਹੀਂ ਦਿਨ ਚੜ੍ਹਿਆ, ਅਸੀਂ ਜਿਉਂ ਹੌਲੀ ਹੌਲੀ, ਮੇਰੀ ਮਾਂ ਨੇ ਭੁੱਖੇ ਸਾਂ, ਰੋਟੀ ਕੋਈ ਨਹੀਂ ਲੱਭਦੀ, ਪਾਣੀ ਕੋਈ ਨਹੀਂ ਜੀ। ਹਸਪਤਾਲ ਤੋਂ ਨਿਕਲੇ ਹਾਂ, ਸਟੇਸ਼ਨ 'ਤੇ ਸ਼ਾਮ ਨੂੰ ਅਸੀਂ ਆਪਣੇ ਤੁਰ ਕੇ, ਸਾਡੇ ਕੋਲ ਪੈਸਾ ਕੋਈ ਨਹੀਂ ਸੀ, ਲੀੜਾ ਕੋਈ ਨਹੀਂ ਸੀ, ਇੱਥੇ ਆਏ ਹਾਂ ਅਤੇ ਅੱਲਾ ਦੇ ਬੰਦੇ ਰੋਟੀਆਂ ਵੰਡਣ ਡਏ ਨੇ, ਦਾਲ ਅਤੇ ਰੋਟੀ। ਉੱਥੇ ਆਣ ਕੇ ਬੈਠੇ, ਉਹਨਾਂ ਸਾਨੂੰ 3 ਰੋਟੀਆਂ ਦਿੱਤੀਆਂ ਨੇ, ਦਾਲ ਦਿੱਤੀ ਆ, ਅਸੀਂ ਖਾਧੀ ਆ, ਪਾਣੀ ਪੀਤਾ, ਸ਼ੁਕਰ ਕੀਤਾ। ਮੇਰੀ ਮਾਂ ਦੀ ਆ ਵੀ ਇੱਥੇ ਬਾਹਰ ਵਾਰਿਆ, ਠੰਡ ਲੱਗੂ, ਲੀੜਾ ਸਾਡੇ ਕੋਲ ਕੋਈ ਨਹੀਂ, ਚਲੋ ਉੱਥੇ ਗਾਂ ਵਿਚਕਾਏ ਹੋ ਕੇ ਬੈਠੇ ਆ। ਉੱਥੇ ਗਏ, ਉੱਥੇ ਚਾਹ ਦੀ ਕਲਟੀਨ ਸੀ, ਉਹਦੇ ਲਾਗੇ ਢੋ ਲਾ ਕੇ ਮੇਰੀ ਮਾਂ ਦੀ ਬਾਂਹ ਵੱਡੀ ਸੀ, ਉਹਦੇ ਭੈਣ ਨੂੰ ਮੇਰੀ ਨੂੰ ਲੈ ਕੇ ਗਾਛ 'ਚ ਅਤੇ ਉੱਥੇ ਬਹਿ ਗਈ। ਅਸੀਂ ਇੱਕ ਬੰਨੇ ਮੈਂ ਲੱਗ ਗਿਆ, ਇੱਕ ਮੇਰੇ ਬੰਨੇ ਭੈਣ ਲੱਗ ਗਈ। ਉੱਥੇ ਰੋਟੀਆਂ ਅਜੇ ਵੰਡਣੀਆਂ ਸੀ, ਉਹਨਾਂ ਫਿਰ ਰੋਟੀਆਂ ਵੰਡੀਆਂ। ਉਹ ਮੇਰੀ ਮਾਂ ਨੇ 3 ਰੋਟੀਆਂ ਪੱਲੇ ਬੰਨ੍ਹ ਲਈਆਂ ਅਤੇ ਦਾਲ ਅਸੀਂ ਕਾਹਦੇ 'ਚ ਪਾਉਣੀ ਹੈ, ਆਖਿਆ ਵੀ ਦਾਲ ਸਾਡੇ ਕੋਲ ਹੈਗੀ। ਉਹ ਦਿਨ ਰਾਤ ਉੱਥੇ ਗੁਜ਼ਾਰੀ। ਉਹ ਹੋਟਲ ਵਾਲਾ ਜਿਹੜਾ ਮੈਨੂੰ ਬਿਮਾਰ ਵੇਖ ਕੇ, ਉਹਨੇ ਮੈਨੂੰ ਘੁੱਟ ਦੁੱਧ ਵੀ ਦਿੱਤਾ, ਮੈਂ ਦੁੱਧ ਪੀਤਾ, ਪੀ ਕੇ ਦੁੱਧ ਅਤੇ ਮੈਂ ਰਾਤ ਕੱਢੀ। ਦਿਨ ਚੜ੍ਹਿਆ ਅਤੇ ਉਹ ਆਂਦਾ ਵੀ ਕਲਟੀਨ ਵਾਲਾ ਵੀ ਮਾਂ ਜੀ ਤੁਸੀਂ ਸ਼ੇਖੂਪੁਰੇ ਚਲੇ ਜਾਓ, ਮੇਰੀ ਉੱਥੇ ਰਿਹਾਇਸ਼ ਆ ਅਤੇ ਮੈਂ ਸ਼ਾਮ ਨੂੰ ਆਵਾਂਗਾ। ਉਹਨੇ ਟਿਕਟ ਲੈਣ ਗਿਆ, ਉਹਨੂੰ ਨਹੀਂ ਮਿਲੀ। ਮੇਰੀ ਮਾਂ ਉੱਧਰ ਹੌਲੀ ਹੌਲੀ ਗਈ, ਉਹਨੇ ਵੇਖਿਆ ਅਤੇ ਟਿਕਟਾਂ ਮਿਲ ਰਹੀਆਂ ਬੀਬੀਆਂ ਨੂੰ। ਉਹਨੇ ਨਾ ਟਿਕਟ ਆ ਗਿਆ ਕਿ ਭਾਜੀ ਬੀਬੀਆਂ ਨੂੰ ਟਿਕਟ ਮਿਲਦੀ, ਉਹਨੇ 2 ਰੁਪਈਏ ਦਿੱਤੇ। ਉਹ ਮੇਰੀ ਮਾਂ ਨੇ ਖੜੇ 2 ਟਿਕਟਾਂ ਲੈਣ ਦੀਆਂ,
1.5 ਰੁਪਏ ਦੀਆਂ 8 ਦੇ ਬਜੇ ਉਹਨੂੰ ਲਿਆ ਕੇ ਦਿੱਤੇ। ਉਹਨੇ ਆਖਿਆ ਮਾਂ ਜੀ ਕੋਲ ਰੱਖ ਲਓ, ਤੁਹਾਨੂੰ ਕਿਤੇ ਲੋੜ ਪੈ ਜਾਊ। ਅਸੀਂ ਹੌਲੀ ਹੌਲੀ ਸਾਨੂੰ ਉਹਨੇ ਮੁੰਡਾ ਨਾਲ ਘੱਲਿਆ, ਮੈਨੂੰ ਚੁਕਾ ਕੇ ਸਟੇਸ਼ਨ 'ਤੇ ਰੇਲ ਲਾਗੇ ਗੱਡੀ ਲਾਗੇ ਆਏ। ਉੱਥੇ ਸਾਨੂੰ ਕੋਈ ਬਹਿਣ ਨਾ ਦੇਵੇ। ਮਾਂ ਮੇਰੀ ਦੀ ਬਾਂਹ ਵੱਡੀ ਸੀ, ਉਹਦੇ ਕੋਲ ਵੀ ਨਾ ਚੜਿਆ ਜਾਵੇ। ਮੈਂ ਉਂਝ ਬਿਮਾਰ ਸਾਂ ਅਤੇ ਗੱਡੀ ਇੰਜਣ ਵਾਲੇ ਕੋਲ ਗਈ ਆ ਵੀ ਉਹਨੂੰ ਆਨੀ ਆ ਵੀ ਸਾਨੂੰ ਕੋਈ ਬਹਾਉਣ। ਉਹ ਗਏ ਆ, ਉਹਨੇ ਫੌਜੀ 2 ਘੱਲੇ ਨੇ। ਉਹਨੇ ਆਖਿਆ ਜਵਾਨੋ ਤੁਸੀਂ ਇਹਨਾਂ ਬੀਬੀ ਨੂੰ ਬੱਚਾ ਬਿਮਾਰ ਹੈ, ਇਹਨਾਂ ਨੂੰ ਗੱਡੀ 'ਚ ਭਾਲੋ, ਇਹਨੇ ਸ਼ੇਖੂਪੁਰੇ ਜਾਣਾ। ਉਹਨੇ ਸਮੇਂ ਕਾਲਾ ਵੀ ਉਹਨਾਂ ਨੇ ਆਖਿਆ ਵੇਖਿਆ ਉਹ ਨਾ ਖੋਲੋ, ਮਾਰਿਆ, ਤੁਹਾਡਾ ਬੂਹਾ ਖੁੱਲ੍ਹ ਗਿਆ। ਉਹਨਾਂ ਸਾਨੂੰ ਵਿੱਚ ਬਾਲਿਆ। ਉਹ ਪਿੱਛੋਂ ਗੱਡੀ ਆਈ ਸੀ ਯੂਪੀ ਤੋਂ, ਉਹ ਸ਼ਾਹ ਸੀ ਪਾਨ ਖਾਣ ਵਾਲੇ। ਉਹਨਾਂ ਜਦੋਂ ਸਾਡਾ ਹਾਲਾਤ ਵੇਖਿਆ ਵੱਡੇ ਫੱਟੇ, ਫਿਰ ਸਾਨੂੰ ਰੋਟੀ ਵੀ ਦਿੱਤੀ, ਸਭ ਕੁਝ ਦਿੱਤਾ, ਬੜੀ ਪਿਆਰ ਕੀਤਾ। ਸ਼ੇਖੂਪੁਰੇ ਅਸੀਂ ਉਤਰ ਕੇ ਆਣ ਕੇ ਸਾਰਾ ਦਿਨ ਖੱਜਲ ਹੁੰਦੇ ਰਹੇ। ਸਾਨੂੰ ਉਹਦਾ ਘਰ ਨਹੀਂ ਲੱਭਾ। ਅਸੀਂ ਰਾਤ ਨੂੰ ਫਿਰ ਸਟੇਸ਼ਨ 'ਤੇ ਆ ਗਏ। ਉੱਥੇ ਰਾਤ ਕਲਟੀਨ ਵਾਲੇ ਕੋਲ ਰਾਤ ਕੱਢੀ। ਦਿਨ ਚੜ੍ਹਿਆ। ਮੇਰਾ ਇੱਕ ਨਾਨਾ, ਇੱਕ ਮਾਮਾ, ਇੱਕ ਨਾਲ ਹੋਰ ਰਿਸ਼ਤੇਦਾਰ ਸੀ। ਇਹ ਜੜ੍ਹਾਂ ਵਾਲੀ ਗੱਡੀ ਤੋਂ ਉਤਰੇ ਆ। ਉਹਨਾਂ ਨੂੰ ਅਸੀਂ ਵੇਖ ਲਿਆ। ਉਹਨਾਂ ਨੇ ਸਾਨੂੰ ਉੱਥੋਂ ਚੁੱਕਿਆ। ਇੱਕ ਪੁਰਾਣੇ ਸ਼ਹਿਰ ਨਾਲ ਬੜੀ ਸੀ ਭੈਣ ਤੰਦੂਰ ਵਾਲੀ, ਉੱਥੋਂ ਆਣ ਕੇ ਰੋਟੀ ਖਵਾ ਲਈ। ਉੱਥੋਂ ਸ਼ੁਕਰ ਕੀਤਾ, ਰੋਟੀ ਖਾਧੀ। ਉਹ ਸਾਨੂੰ ਹੌਲੀ ਹੌਲੀ ਹਰਜੀਤ ਦੇ ਕੋਟ ਲੈ ਆਏ। ਮੇਰਾ ਚਾਚਾ ਰਹਿੰਦਾ ਸਾਹੀਵਾਲ, ਉਹਨੂੰ ਪਤਾ ਲੱਗਾ ਵੀ ਮੇਰੇ ਭਰਾ ਭਰਜਾਈ ਆਏ ਨੇ। ਉਹ ਫਿਰ ਆਇਆ, ਆਣ ਕੇ ਤੇ ਲੈ ਗਿਆ। ਫਿਰ ਉੱਥੇ ਹੀ ਸਕੂਨ ਰਹੇ ਆ। ਫਿਰ ਜਿਹੜੇ ਕੋ 5-6 ਸਾਲ ਰਹੇ ਆ, ਫਿਰ ਸਹੀ ਰਹੇ ਆ। ਮੇਰਾ ਚਾਚਾ ਵੀ ਇੱਧਰ ਆ ਗਿਆ, ਮੈਂ ਇਕੱਲਾ ਰਹਿ ਗਿਆ। ਮੰਮੀ ਉੱਥੋਂ ਨਿਕਲਿਆ ਅਤੇ ਮੰਮੀ ਹਰਜੀਤ ਦੇ ਕੋਟ ਆਣ ਕੇ ਮੰਮੀ ਇੱਥੇ ਨਾਨਕਾ ਕੋਲ ਰੋਟੀ ਕਮਾਉਣ ਲੱਗ ਪਿਆ ਅਤੇ ਖਾਣ ਲੱਗ ਪਿਆ। ਸ਼ੁਕਰ ਹੈ ਅੱਲਾ ਦਾ, ਲੱਖ ਲੱਖ ਸ਼ੁਕਰ ਆ। ਰੱਬ ਨੇ ਔਲਾਦ ਵੀ ਦਿੱਤੀ ਆ, ਧੀਆਂ ਵੀ ਦਿੱਤੀਆਂ, ਪੁੱਤ ਵੀ ਦਿੱਤੇ ਆ। ਬੜੀ ਅੱਲਾ ਦੀ ਹੁਣ ਰਹਿਮਤ ਆ, ਸ਼ੁਕਰ ਆ। ਪਰ ਉਹ ਵਕਤ ਸਾਨੂੰ ਅਜੇ ਤੱਕ ਨਹੀਂ ਭੁੱਲਦਾ ਜਿਹੜਾ ਪਾਕਿਸਤਾਨ ਦੇ ਵਿੱਚ ਸਾਡੇ ਨਾਲ ਹੋਇਆ ਸੀ। ਹੁਣ ਪਾਕਿਸਤਾਨ ਜਿਹੜਾ ਹੈ ਲੋਕ ਖਾਈ ਆ ਰਹੇ ਨੇ, ਮਾੜਿਆਂ ਨੂੰ ਜਾਣਦਾ ਕੋਈ ਨਹੀਂ। ਹੁਣ ਪਾਕਿਸਤਾਨ ਇੱਦਾਂ ਦਾ ਹੀ ਬਣ ਗਿਆ ਹੈ, ਨਾ ਕੋਈ ਕਿਸੇ ਨੂੰ ਪੁੱਛਦਾ ਨਾ ਗੇਜਦਾ। ਅੱਛਾ ਬਾਬਾ ਜੀ, ਅੱਜ ਦੇ ਦਿਨ 14 ਅਗਸਤ ਦੇ ਹਵਾਲੇ ਨਾਲ ਨੌਜਵਾਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਇੱਕ ਹੱਕ ਦੀ ਕਹਾਣੀ ਤੁਹਾਨੂੰ ਸਾਰੀ ਸੁਣਾਉਂਦੀ ਹੈ। ਇਹ ਪਾਕਿਸਤਾਨ ਦਾ ਕਦਰ ਕਰੋ। ਇਹ ਬੱਚੇ ਜਿਹੜੇ ਆ, ਇਹਨਾਂ ਨੂੰ ਕੋਈ ਪਤਾ ਨਹੀਂ ਪਾਕਿਸਤਾਨ ਕਿਵੇਂ ਬਣਿਆ ਕਿਵੇਂ ਨਹੀਂ ਬਣਿਆ। ਕਤਲੋ ਗਾਰਤ ਹੋ ਰਹੀ ਹੈ। ਇਹ ਕੋਈ ਪਾਕਿਸਤਾਨ ਦਾ ਸਮਝ 'ਤੇ ਆਉਂਦੀ ਗੱਲ ਕੋਈ ਨਹੀਂ। ਕੋਈ ਭੁੱਖਾ ਮਰਨ ਡਿਆ ਹੈ, ਕੋਈ ਰੱਜ ਕੇ ਖਾਣ ਡਿਆ ਹੈ, ਕਿਸੇ ਨੂੰ ਪਤਾ ਹੀ ਕੋਈ नहीं। कि हमारे बुज़ुर्ग मोहम्मद फ़कीर हुसैन की ज़ुबानी आपने उनकी कहानी सुनी। पाकिस्तान हमें बुज़ुर्गों की बहुत कुर्बानियों के बाद मिला है, इसकी कदर कीजिए। पाकिस्तान जिंदाबाद, पाक फ़ौज पाइंदाबाद। A1 TV, सब पे नज़र, अंदर की खबर।